ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹੱਲਾ ਪਹਿਲਾ। ਹਮ ਜੀਰ ਜਿਮੀ ਦੁਨੀਆ ਪੀਰਾ ਮਸਾਏ ਕਾਰਾਇਆ। ਮੇਰਾ ਵਦ ਬਾਦਸ਼ਾਹ ਅਫਜੂ ਖੁਦਾਏ। ਹਮ ਜੇਰ ਜਿਮੀ ਦੁਨੀਆ ਪੀਰਾ ਮਸਾਏ ਕਾਰਾਇਆ। ਮੇਰਾ ਵਦ ਬਾਦਸ਼ਾਹ ਅਫਜੂ ਖੁਦਾਇਆ। ਏਕ ਤੂੰ ਹੀ ਮਹੱਲਾ ਪਹਿਲਾ। ਨਾ ਦੇਵ ਦਾਨਵਾ ਨਰਾ ਨਾ ਸਿੱਧ ਸਾਧਕਾ ਧਰਾ। ਅਸਤ ਏਕ ਦਿਗਰ ਕੋਈ ਏਕ ਤੁਈ। ਹਮ ਜੇਰ ਜਿਮੀ ਦੁਨੀਆ ਪੀਰਾ ਮਸਾਏ ਕਾਰਾਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ। ਆਪ ਸੰਗਤਾਂ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਇਹ ਸਮਾਂ ਗੁਰੂ ਕਿਰਪਾ ਦੇ ਨਾਲ ਹੀ ਪ੍ਰਾਪਤ ਹੁੰਦਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪ ਨਾਰਾਇਣ ਕਲਾਤਾਰ ਜਗ ਮੈਂ ਪਰਵਰਿਓ। ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਿੱਥੇ ਵੀ ਗਏ ਔਰ ਉੱਥੋਂ ਦੇ ਲੋਕਾਂ ਨੂੰ ਉਹਨਾਂ ਦੀ ਹੀ ਬੋਲੀ ਦੇ ਅਨੁਸਾਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ। ਜਦੋਂ ਆਪਾਂ ਸਤਿਗੁਰੂ ਦੀ ਪਵਿੱਤਰ ਬਾਣੀ ਪੜ੍ਹਦੇ ਹਾਂ, ਇਸ ਬਾਣੀ ਦੇ ਅੰਦਰ ਅਨੇਕ ਭਾਸ਼ਾ ਦੇ ਸ਼ਬਦ, ਕਈ ਬੋਲੀਆਂ ਦੇ ਸ਼ਬਦ ਸਾਨੂੰ ਸਤਿਗੁਰੂ ਦੀ ਬਾਣੀ ਵਿੱਚੋਂ ਪ੍ਰਾਪਤ ਹੁੰਦੇ ਹਨ। ਭਾਵੇਂ ਠੀਕ ਹੈ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਗੁਰਬਾਣੀ ਲਿਖਣ ਦੇ ਸਮੇਂ ਗੁਰਮੁਖੀ ਵਰਨਮਾਲਾ ਨੂੰ ਵਰਤਿਆ ਹੈ ਤੇ ਇਸ ਦੇ ਨਾਲ ਹੀ ਜਿਹੜੀ ਪੰਜਾਬੀ ਬੋਲੀ ਸੀ, ਪੰਜਾਬ ਦੇ ਲੋਕਾਂ ਦੀ ਆਪਣੀ ਭਾਖਿਆ, ਉਹਨੂੰ ਆਧਾਰ ਬਣਾ ਕੇ ਸਤਿਗੁਰੂ ਨੇ ਬਾਣੀ ਉਚਾਰਨ ਕੀਤੀ। ਪਰ ਜਦੋਂ ਸਤਿਗੁਰੂ ਦੀ ਪਵਿੱਤਰ ਬਾਣੀ ਪੜ੍ਹਦੇ ਹਾਂ, ਇਹਦੇ ਵਿੱਚ ਕੇਵਲ ਪੰਜਾਬੀ ਬੋਲੀ ਦੇ ਹੀ ਸ਼ਬਦ ਨਹੀਂ, ਬਲਕਿ ਹੋਰ ਅਨੇਕ ਭਾਸ਼ਾ ਦੇ ਸ਼ਬਦਾਂ ਦਾ ਸੁਮੇਲ ਤੇ ਸ਼ਬਦਾਂ ਦਾ ਭੰਡਾਰ ਇਸ ਵਿੱਚੋਂ ਪ੍ਰਾਪਤ ਹੁੰਦਾ ਹੈ। ਭਾਸ਼ਾ ਵਿਗਿਆਨੀਆਂ ਦੇ ਦ੍ਰਿਸ਼ਟੀਕੋਣ ਤੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 70 ਦੇ ਕਰੀਬ
ਉਹ ਭਾਸ਼ਾ ਨੇ ਜਿਹੜੀਆਂ ਪੰਜਾਬ ਦੇ ਵਿੱਚੋਂ ਬਾਹਰ ਬੋਲੀਆਂ ਜਾਂਦੀਆਂ ਸਨ। ਉਹਨਾਂ ਭਾਸ਼ਾ ਦੇ ਸ਼ਬਦ ਸਤਿਗੁਰੂ ਦੀ ਬਾਣੀ ਵਿੱਚੋਂ ਪ੍ਰਾਪਤ ਹੁੰਦੇ ਹਨ, ਜਿੱਥੋਂ ਇਸ ਗੱਲ ਦਾ ਪਤਾ ਲੱਗਦਾ ਹੈ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਅਨੇਕ ਭਾਸ਼ਾ ਦਾ ਵੀ ਗਿਆਨ ਸੀ, ਅਨੇਕ ਬੋਲੀਆਂ ਦੇ ਵੀ ਸ਼ਬਦ ਸਤਿਗੁਰੂ ਨੂੰ ਯਾਦ ਸਨ। ਜਿੱਥੇ ਵੀ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜਾਂਦੇ, ਸਭ ਤੋਂ ਪਹਿਲਾਂ ਉਹਨਾਂ ਦੀ ਬੋਲੀ ਨੂੰ ਸੁਣਦੇ, ਵਿਚਾਰਦੇ, ਫਿਰ ਉਹਨਾਂ ਦੀ ਹੀ ਭਾਸ਼ਾ, ਉਹਨਾਂ ਦੀ ਹੀ ਬੋਲੀ ਦੇ ਵਿੱਚ ਪਾਵਨ ਪਵਿੱਤਰ ਬਾਣੀ ਉਚਾਰਨ ਕਰਦੇ ਤੇ ਲੋਕਾਂ ਨੂੰ ਸਿੱਧੇ ਰਾਹ ਪਾਉਂਦੇ। ਇਹ ਪਵਿੱਤਰ ਸ਼ਲੋਕ ਜੋ ਅੱਗੇ ਆ ਰਿਹਾ ਹੈ, ਇਹਦੇ ਬਾਰੇ ਸਾਨੂੰ ਇਤਿਹਾਸ ਤੋਂ ਇਹ ਪਤਾ ਲੱਗਦਾ ਹੈ। ਇਹ ਪਵਿੱਤਰ ਸ਼ਲੋਕ ਕਿਸੇ ਪੰਜਾਬ ਤੋਂ ਬਾਹਰ ਦੇ ਇਲਾਕੇ ਦੇ ਅੰਦਰ ਕਿਸੇ ਵਿਸ਼ੇਸ਼ ਅਧਿਕਾਰੀ ਦੇ ਪਰਥਾਏ ਤੇ ਉਹਦੀ ਹੀ ਭਾਸ਼ਾ ਤੇ ਬੋਲੀ ਦੇ ਵਿੱਚ ਉਚਾਰਨ ਕੀਤਾ ਗਿਆ ਹੈ। ਤੇ ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ, ਪਤਾ ਲੱਗਦਾ ਹੈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਰੋਮ ਵਲਾਇਤ ਵਿੱਚ ਗਏ ਹਨ ਔਰ ਉੱਥੋਂ ਦਾ ਬਾਦਸ਼ਾਹ, ਜਿਸ ਨੂੰ ਸੁਲਤਾਨ ਹਮੀਦ ਕਾਰੂ ਬਾਦਸ਼ਾਹ ਆਖਦੇ ਸਨ। ਕਾਰੂ ਇੱਕ ਅੱਲ ਸੀ, ਇੱਕ ਖਿਤਾਬ ਸੀ। ਜਿਹੜਾ ਵੀ ਉਸ ਰਾਜ ਗੱਦੀ ਤੇ ਬਹਿੰਦਾ, ਉਹਦੇ ਨਾਲ ਕਾਰੂ ਸ਼ਬਦ ਦੀ ਵਰਤੋਂ ਅਕਸਰ ਹੁੰਦੀ ਸੀ। ਹੁਣ ਇਹ ਸੁਲਤਾਨ ਹਮੀਦ ਕਾਰੂ ਬਾਦਸ਼ਾਹ ਸੀ। ਇਹ ਬੜਾ ਕੰਜੂਸ ਤੇ ਬੜਾ ਜ਼ਾਲਮ, ਪਰਜਾ ਦੇ ਲਈ ਬੜਾ ਹੀ ਨਿਰਦਈ ਸੀ। ਲੋਕ ਇਸ ਦੇ ਰਾਜ ਦੇ ਵਿੱਚ ਸਾਰੇ ਬਹੁਤ ਤੰਗ ਸਨ, ਦੁਖੀ ਸਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਸੁਲਤਾਨ ਹਮੀਦ ਕਾਰੂ ਬਾਦਸ਼ਾਹ ਕੋਲ ਗਏ, ਸੁਨੇਹਾ ਭੇਜਿਆ ਬਈ ਬਾਹਰ ਤੈਨੂੰ ਕੋਈ ਫਕੀਰ, ਕੋਈ ਸਾਧੂ, ਸਾਈਂ ਲੋਕ ਮਿਲਣਾ ਚਾਹੁੰਦੇ ਹਨ। ਪਹਿਲਾਂ ਤੇ ਉਸਨੇ ਜਵਾਬ ਹੀ ਦੇ ਦਿੱਤਾ ਕਿ ਮੇਰੇ ਕੋਲੇ ਵਕਤ ਨਹੀਂ। ਅਸਲੀ ਕਾਰਨ ਇਹ ਸੀ, ਇਸਨੇ ਸੋਚਿਆ ਵੀ ਇਹ ਸਾਈਂ ਲੋਕ, ਸਾਧੂ ਲੋਕ ਕੁਝ ਨਾ ਕੁਝ ਸਵਾਲ ਕਰਦੇ ਹਨ ਤੇ ਇਹਨਾਂ ਨੂੰ ਕੁਝ ਨਾ ਕੁਝ ਦੇਣਾ ਪਏਗਾ, ਇਸ ਲਈ ਇਹਨਾਂ ਨੂੰ ਪਹਿਲਾਂ ਹੀ ਟਰਕਾ ਦਿਓ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਫਿਰ ਦੁਬਾਰਾ ਸੁਨੇਹਾ ਭੇਜਿਆ। ਕਹਿਣ ਲੱਗੇ, ਜਾਓ ਜਾ ਕੇ ਬਾਦਸ਼ਾਹ ਨੂੰ ਆਖਣਾ ਅਸੀਂ ਕੋਈ ਧਨ ਦੌਲਤ ਦੇ ਭੁੱਖੇ ਫਕੀਰ ਨਹੀਂ ਹਾਂ, ਸਿਰਫ ਅਸੀਂ ਉਹਦੇ ਨਾਲ 2-4 ਗੱਲਾਂ ਕਰਨੀਆਂ ਨੇ। ਅਖੀਰ ਬਾਦਸ਼ਾਹ ਮਿਲਣ ਵਾਸਤੇ ਤਿਆਰ ਹੋ ਗਿਆ। ਜਦੋਂ ਬਾਦਸ਼ਾਹ ਮਿਲਣ ਵਾਸਤੇ ਆਇਆ ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਬੜਾ ਅਚਰਜ ਕੌਤਕ ਕੀਤਾ। ਕੁਝ ਠੀਕਰੀਆਂ ਲੈ ਕੇ ਤੇ ਉਹਨਾਂ ਨੂੰ ਇਕੱਠੀਆਂ ਕਰ ਕਰਕੇ ਇੱਕ ਝੋਲੇ ਵਿੱਚ, ਥੈਲੇ ਵਿੱਚ ਪਾਉਣ ਲੱਗ ਪਏ। ਬਾਦਸ਼ਾਹ ਵੇਖ ਕੇ ਬੜਾ ਹੈਰਾਨ ਹੋਇਆ, ਸਵਾਲ ਕੀਤਾ, ਐ ਸਾਈਂ ਲੋਕ, ਇਹ ਤੁਸੀਂ ਕੀ ਕਰ ਰਹੇ ਹੋ? ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦਾ ਜਵਾਬ ਸੀ, ਬਾਦਸ਼ਾਹ, ਇਹ ਅਸੀਂ ਆਪਣਾ ਸਫ਼ਰ ਦਾ ਖਰਚ ਬੰਨ ਰਹੇ ਹਾਂ। ਤਾਂ ਅੱਗੋਂ ਬਾਦਸ਼ਾਹ ਨੇ ਹੱਸ ਕੇ ਆਖਿਆ, ਇਹਦੇ ਠੀਕਰੀਆਂ ਨੇ ਔਰ ਇਹ ਤੁਹਾਡੇ ਕਿਸ ਕੰਮ ਆਉਣਗੀਆਂ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਅਸੀਂ ਤੇ ਇਹਨਾਂ ਨੂੰ ਪਰਲੋਕ ਦੇ ਵਿੱਚ ਵੀ ਨਾਲ ਲੈ ਕੇ ਜਾਣਾ ਹੈ। ਤੂੰ ਇੱਥੇ ਦੀ ਗੱਲ ਪੁੱਛ ਰਿਹਾ, ਇਹ ਤੇ ਅੱਗੇ ਵੀ ਨਾਲ ਜਾਣਗੀਆਂ। ਬਾਦਸ਼ਾਹ ਇਸ ਗੱਲ ਦੇ ਉੱਤੇ ਬਹੁਤ ਜ਼ੋਰ ਦੀ ਹੱਸਿਆ। ਕਹਿਣ ਲੱਗਾ, ਮੈਨੂੰ ਤੁਸੀਂ ਕੁਝ ਮਸਤਾਨੇ ਦੀਵਾਨੇ ਫਕੀਰ ਜਾਪਦੇ ਹੋ, ਕਿਉਂਕਿ ਇਹ ਜਿਹੜੀਆਂ ਠੀਕਰੀਆਂ ਨੇ ਇਹ ਤਾਂ ਇੱਥੇ ਵੀ ਕੰਮ ਨਹੀਂ ਆਉਂਦੀਆਂ
ਤੇ ਫਿਰ ਤੁਸੀਂ ਇਹ ਗੱਲ ਆਖ ਰਹੇ ਹੋ ਕਿ ਅਸੀਂ ਇਹਨਾਂ ਨੂੰ ਪਰਲੋਕ ਦੇ ਵਿੱਚ ਨਾਲ ਲੈ ਜਾਣਾ। ਪਰਲੋਕ ਦੇ ਵਿੱਚ ਤਾਂ ਕੋਈ ਵੀ ਚੀਜ਼ ਨਾਲ ਨਹੀਂ ਜਾਂਦੀ, ਤੇ ਤੁਸੀਂ ਇਹਨਾਂ ਠੀਕਰੀਆਂ ਨੂੰ ਜਿਹੜੀਆਂ ਇੱਥੇ ਵੀ ਨਕੰਮੀਆਂ ਨੇ, ਗਾਂ ਵੀ ਕਿਸੇ ਕੰਮ ਆਉਣ ਵਾਲੀਆਂ ਨਹੀਂ, ਇਹਨਾਂ ਨੂੰ ਕਿਵੇਂ ਲੈ ਕੇ ਜਾਓਗੇ? ਜਦੋਂ ਇਹ ਗੱਲ ਗੁਰੂ ਮਹਾਰਾਜ ਨੇ ਸੁਣੀ, ਇਹੀ ਉਮੀਦ ਸੀ ਉਸ ਤੋਂ, ਇਹੀ ਗੱਲ ਉਹਨੇ ਕਹਿਣੀ ਸੀ, ਤਾਂ ਝੱਟ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਅੱਗੋਂ ਜਵਾਬ ਦਿੱਤਾ। ਸਤਿਗੁਰੂ ਕਹਿਣ ਲੱਗੇ ਕਿ ਐ ਕਾਰੂ ਬਾਦਸ਼ਾਹ, ਕੀ ਤੈਨੂੰ ਇਸ ਗੱਲ ਦਾ ਪਤਾ ਹੈ ਕਿ ਇਹਨਾਂ ਠੀਕਰੀਆਂ ਨੇ ਨਾਲ ਨਹੀਂ ਜਾਣਾ? ਕਹਿੰਦਾ ਹਾਂ, ਮੈਨੂੰ ਇਸ ਗੱਲ ਦਾ ਪੂਰਾ ਪਤਾ ਹੈ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਜਿਹੜਾ ਜ਼ੋਰ ਜ਼ੁਲਮ ਕਰ ਕਰਕੇ ਤੂੰ ਇੰਨੀ ਮਾਇਆ ਇਕੱਠੀ ਕੀਤੀ ਹੈ, ਕੀ ਇਹ ਤੇਰੇ ਨਾਲ ਜਾਵੇਗੀ? ਜਦੋਂ ਇਹ ਸਤਿਗੁਰੂ ਮਹਾਰਾਜ ਨੇ ਸਵਾਲ ਕੀਤਾ, ਉਸੇ ਵੇਲੇ ਉਸ ਦੀਆਂ ਅੱਖਾਂ ਨੀਵੀਆਂ ਹੋ ਗਈਆਂ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹਦੇ ਪਰਥਾਏ ਇੱਕ ਨਸੀਹਤਨਾਮਾ ਬਾਣੀ ਦੀ ਰਚਨਾ ਕੀਤੀ, ਪਰ ਉਹ ਬਾਣੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਗ ਨਹੀਂ ਬਣ ਸਕੀ, ਔਰ ਉਹ ਇਤਿਹਾਸ ਦੇ ਵਿੱਚ ਉਸ ਦਾ ਜ਼ਿਕਰ ਆਉਂਦਾ ਹੈ। ਉਹਦੇ ਵਿੱਚ ਬਚਨ ਆਏ ਨੇ, ਕੀਚੈ ਨੇਕ ਨਾਮੀ ਜੋ ਦੇਵੈ ਖੁਦਾਏ, ਦਮੜਾ ਤਿਸੀ ਕਾ ਜੋ ਖਰਚੈ ਅਰ ਖਾਏ। ਉਸੇ ਹੀ ਰਚਨਾ ਦੇ ਵਿੱਚ ਅੱਗੇ ਚੱਲ ਕੇ ਲਿਖਿਆ ਹੈ, 40 ਗੰਜ ਜੋੜੇ ਨਾ ਰਾਖਿਓ ਈਮਾਨ, ਦੇਖੋ ਰੇ ਲੋਗੋ ਕਾਰੂ ਹੋਤਾ ਪਰੇਸ਼ਾਨ। ਇਸ ਤੋਂ ਪਤਾ ਲੱਗਦਾ ਵੀ ਉਹ ਕਾਰੂ ਬਾਦਸ਼ਾਹ ਦੇ ਪਰਥਾਏ ਹੀ ਗੁਰੂ ਮਹਾਰਾਜ ਨੇ ਉਹ ਪਵਿੱਤਰ ਰਚਨਾ ਉਚਾਰਨ ਕੀਤੀ। ਔਰ ਕਹਿੰਦੇ ਨੇ ਅਖੀਰ ਕਾਰੂ ਬਾਦਸ਼ਾਹ ਨੂੰ ਗਿਆਨ ਹੋਇਆ, ਸਤਿਗੁਰੂ ਦੇ ਚਰਨਾਂ ਤੇ ਢਹਿ ਪਿਆ, ਕਹਿਣ ਲੱਗਾ, ਸੱਚੇ ਪਾਤਸ਼ਾਹ ਦੱਸੋ ਕੀ ਹੁਕਮ ਹੈ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਜਿੰਨੇ ਵੀ ਲੋਕਾਂ ਦੀ ਮਾਇਆ ਹੈ, ਇਹ ਸਾਰੀ ਲੋਕ ਭਲਾਈ ਦੇ ਕੰਮਾਂ ਤੇ ਖਰਚ ਕਰ, ਥਾਂ ਥਾਂ ਤੇ ਲੰਗਰ ਚਲਾ, ਥਾਂ ਥਾਂ ਤੇ ਧਰਮਸ਼ਾਲਾ ਬਣਵਾ, ਥਾਂ ਥਾਂ ਤੇ ਲੋਕਾਂ ਨੂੰ ਸੁੱਖ ਸਹੂਲਤਾਂ ਦੇ, ਲੋਕ ਵੀ ਤੇਰਾ ਜਸ ਕਰਨ, ਇਹਦੇ ਨਾਲ ਤੇਰਾ ਇੱਥੇ ਵੀ ਭਲਾ ਤੇ ਪਰਲੋਕ ਵਿੱਚ ਵੀ ਭਲਾ ਹੋਵੇਗਾ। ਕਾਰੂ ਬਾਦਸ਼ਾਹ ਨੇ ਗੁਰੂ ਮਹਾਰਾਜ ਦਾ ਬਚਨ ਮੰਨਿਆ ਤੇ ਖੁਸ਼ੀਆਂ ਲਈਆਂ। ਫਿਰ ਕਾਰੂ ਬਾਦਸ਼ਾਹ ਨੇ ਆਖਿਆ, ਮਹਾਰਾਜ ਕਿਰਪਾ ਕਰੋ, ਮਾਇਆ ਦੀ ਸੰਸਾਰ ਦੀ ਪਕੜੀ ਐਸੀ ਹੈ, ਉਪਦੇਸ਼ ਦਿਓ ਤਾਂ ਕਿ ਮਾਇਆ ਵੱਲੋਂ ਮਨ ਵਿੱਚ ਵੈਰਾਗ ਪੈਦਾ ਹੋਵੇ ਤੇ ਦੂਸਰੇ ਪਾਸੇ ਵਾਹਿਗੁਰੂ ਦੇ ਨਾਲ ਪ੍ਰੇਮ ਵੀ ਪੈਦਾ ਹੋ ਸਕੇ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਪਾਵਨ ਸ਼ਲੋਕ ਉਚਾਰਨ ਕੀਤਾ। ਲੋ ਆਪ ਸੰਗਤਾਂ ਇਸ ਪਾਵਨ ਪਵਿੱਤਰ ਸ਼ਲੋਕ ਦੀ ਕਥਾ ਵਿਚਾਰ ਸਰਵਣ ਕਰੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹੱਲਾ ਪਹਿਲਾ। ਹਮ ਜੇਰ ਜਿਮੀ ਦੁਨੀਆ, ਪੀਰਾ ਮਸਾਏ ਕਾ ਰਾਇਆ। ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਇਹ ਹੁਣ ਫਾਰਸੀ ਦੇ ਰੋਮਨ ਭਾਸ਼ਾ ਦੇ ਕੁਝ ਸ਼ਬਦ ਨੇ ਜਿਹੜੇ ਕਿ ਉਹ ਲੋਕ ਭਾਸ਼ਾ ਬੋਲਦੇ ਸਨ। ਹਜ਼ੂਰ ਫਰਮਾਉਂਦੇ ਹਨ, ਹਮ ਜੇਰ ਜਿਮੀ ਦੁਨੀਆ, ਪੀਰਾ ਮਸਾਏ ਕਾ ਰਾਇਆ। ਹਮ ਦਾ ਅਰਥ ਹੈ ਤਮਾਮ, ਭਾਵ ਸਾਰੀ। ਦੁਨੀਆ ਦਾ ਅਰਥ ਦੁਨੀਆ ਹੈ। ਆ ਜਿੰਨੀ ਵੀ ਦੁਨੀਆ ਹੈ, ਇਸ ਦੁਨੀਆ ਦੇ ਅੰਦਰ ਬੜੇ ਬੜੇ ਪੀਰ ਵੀ ਹਨ। ਮਸ਼ਾਇਕ ਦਾ ਅਰਥ ਹੈ, ਇਹ ਸ਼ੇਖ ਦਾ ਬਹੁਵਚਨ ਮਸਾਇਕ ਸ਼ਬਦ ਬਣਿਆ ਹੋਇਆ। ਮੁਸਲਮਾਨਾਂ ਵਿੱਚ ਜਿਹੜੇ ਸ਼ੇਖ ਨੇ ਉਹ ਬਿਰਧ ਜਾਤੀ ਵਾਲੇ ਮੰਨੇ ਨੇ ਔਰ ਉਹ ਬੜੀ ਤਪੱਸਿਆ ਵੀ ਕਰਦੇ ਨੇ। ਜਿਵੇਂ ਬਾਬਾ ਫਰੀਦ ਜੀ, ਉਹ ਵੀ ਸ਼ੇਖ ਸਨ, ਮਸਾਇਕ ਸਨ। ਹਜ਼ੂਰ ਕਹਿੰਦੇ ਨੇ ਦੁਨੀਆ ਵਿੱਚ ਜਿੰਨੇ ਵੀ ਪੀਰ ਨੇ, ਜਿੰਨੇ ਵੀ ਮਸ਼ਾਇਕ ਹਨ, ਸ਼ੇਖ ਹਨ ਤੇ ਜਿੰਨੇ ਵੀ ਰਾਇਆ ਦਾ ਅਰਥ ਰਾਜੇ ਨੇ, ਹਮ ਜੇਰ ਜਿਮੀ। ਜਿਮੀ ਦਾ ਅਰਥ ਹੈ ਧਰਤੀ, ਜੇਰ ਦਾ ਅਰਥ ਹੈ ਨੀਚੇ, ਭਾਵ ਹੇਠਾਂ। ਇਹਨਾਂ ਸਾਰਿਆਂ ਨੇ ਇਸ ਜ਼ਮੀਨ ਦੇ ਹੇਠਾਂ ਚਲੇ ਜਾਣਾ, ਇਸ ਧਰਤੀ ਦੇ ਹੇਠਾਂ ਚਲੇ ਜਾਣਾ।
ਕਿਉਂਕਿ ਮੁਸਲਮਾਨਾਂ ਦੀ ਅੰਤਮ ਰਸਮ ਜਦੋਂ ਹੁੰਦੀ ਹੈ ਔਰ ਉਹ ਜਿਹੜੇ ਮ੍ਰਿਤਕ ਸਰੀਰ ਹੁੰਦੇ ਨੇ ਉਹਨਾਂ ਨੂੰ ਕਬਰ ਪੱਟ ਕੇ ਉਹਦੇ ਵਿੱਚ ਦਬਾ ਦਿੰਦੇ ਨੇ। ਉਸ ਘਟਨਾ ਵੱਲੀ ਸਤਿਗੁਰੂ ਮਹਾਰਾਜ ਦਾ ਇਹ ਇਸ਼ਾਰਾ ਹੈ ਵੀ ਜਿੰਨੀ ਵੀ ਦੁਨੀਆ ਹੈ ਤੇ ਜਿੰਨੇ ਦੁਨੀਆ ਦੇ ਪੀਰ ਨੇ, ਮਸਾਇਕ, ਸ਼ੇਖ ਨੇ ਤੇ ਰਾਜੇ ਹਨ, ਉਹਨਾਂ ਸਾਰਿਆਂ ਨੂੰ ਹੀ ਇਸ ਜਿਮੀ ਦੇ ਹੇਠਾਂ ਜਾਣਾ ਪਵੇਗਾ, ਭਾਵ ਉਹਨਾਂ ਨੂੰ ਇਸ ਮਿੱਟੀ ਦੇ ਵਿੱਚ ਮਿਲਣਾ ਪਵੇਗਾ। ਮੇਰਾ ਵਦ ਬਾਦਸ਼ਾਹ ਅਫਜੂ ਖੁਦਾਇਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮੇਰਵਦ ਬਾਦਸ਼ਾਹ। ਜਿਹੜੇ ਬਾਦਸ਼ਾਹ ਨੇ, ਮੇਰਵਦ ਦਾ ਅਰਥ ਹੈ ਉਹ ਵੀ ਉੱਥੇ ਚਲੇ ਜਾਣਗੇ ਜਿੱਥੇ ਬਾਕੀ ਦੁਨੀਆ ਜਾਂਦੀ ਹੈ, ਤੇ ਬਾਦਸ਼ਾਹਾਂ ਨੂੰ ਵੀ ਉੱਥੇ ਹੀ ਜਾਣਾ ਪੈਂਦਾ। ਉਹ ਵੀ ਜ਼ਮੀਨ ਦੇ ਹੇਠਾਂ ਚਲੇ ਜਾਣਗੇ, ਉਹ ਵੀ ਮਿੱਟੀ ਵਿੱਚ ਜਾ ਕੇ ਮਿੱਟੀ ਹੋਣਗੇ। ਅਫਜੂ ਖੁਦਾਇਆ, ਅਫਜੂ ਦਾ ਅਰਥ ਹੈ ਬਾਕੀ ਪਿੱਛੇ ਖੁਦਾ ਰਹਿ ਜਾਵੇਗਾ, ਭਾਵ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਹੀ ਐਸੀ ਹਸਤੀ ਹੈ ਜੋ ਹਮੇਸ਼ਾ ਰਹਿਣ ਵਾਲੀ ਹੈ, ਜਿਸ ਦੇ ਬਾਰੇ ਸਤਿਗੁਰੂ ਨੇ ਫਰਮਾਇਆ ਹੈ, ਆਦ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਉਹ ਅਕਾਲ ਪੁਰਖ ਵਾਹਿਗੁਰੂ ਖੁਦਾ ਹੀ ਇੱਕ ਹਮੇਸ਼ਾ ਰਹਿਣ ਵਾਲਾ ਹੈ, ਬਾਕੀ ਤੇ ਸਭ ਦੁਨੀਆ ਨਾਸ਼ਵੰਤ ਹੈ। ਏਕ ਤੂੰ ਹੀ, ਏਕ ਤੂੰ ਹੀ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸ ਖੁਦਾ ਨੂੰ, ਉਸ ਅੱਲਾਹ ਤਾਲਾ ਨੂੰ, ਉਸ ਅਕਾਲ ਪੁਰਖ ਨੂੰ ਸੰਬੋਧਨ ਕਰਕੇ ਕਹਿ ਰਹੇ ਨੇ ਕਿ ਹੇ ਵਾਹਿਗੁਰੂ, ਤੂੰ ਹੀ ਇੱਕ ਪਿੱਛੇ ਸੀ ਤੇ ਤੂੰ ਹੀ ਹੁਣ ਹੈ ਤੇ ਤੂੰ ਹੀ ਅੱਗੇ ਨੂੰ ਇੱਕ ਹੋਵੇਂਗਾ। ਮਹੱਲਾ ਪਹਿਲਾ। ਨਾ ਦੇਵ ਦਾਨਵਾ ਨਰਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੂਸਰੇ ਸ਼ਲੋਕ ਵਿੱਚ ਫਰਮਾਉਂਦੇ ਹਨ, ਨਾ ਦੇਵ ਦਾਨਵਾ ਨਰਾ, ਨਾ ਹੀ ਕੋਈ ਦੇਵਤਾ ਹਮੇਸ਼ਾ ਰਹੇਗਾ। ਆ ਜਿੰਨੇ 33 ਕਰੋੜ ਦੇਵਤੇ ਨੇ, ਇਹਨਾਂ ਦੀ ਬਾਬਤ ਕਲਗੀਧਰ ਪਾਤਸ਼ਾਹ ਨੇ ਲਿਖਿਆ ਹੈ, ਇਹ ਵੀ ਸਾਰੇ ਕਾਲ ਦੇ ਅਧੀਨ ਨੇ। ਬਿਨ ਹਰ ਨਾਮ ਨਾ ਬਾਚਨ ਪੈ ਹੈ, 14 ਲੋਕ ਜਾਹੇ ਬਸ ਕੀਨੇ, ਤਾਂ ਤੇ ਕਹਾਂ ਪਲੈ ਹੈ। ਰਾਮ ਰਹੀਮ ਉਬਾਰ ਨਾ ਸਕ ਹੈ, ਜਾਕਰ ਨਾਮ ਰਟੈ ਹੈ। ਬ੍ਰਹਮਾ ਵਿਸ਼ਨ ਰੁਦਰ ਸੂਰਜ ਸਸ, ਤੇ ਬਸ ਕਾਲ ਸਭੈ ਹੈ। ਸਭ ਦੇਵਤੇ ਵੀ ਕਾਲ ਦੇ ਅਧੀਨ ਨੇ। ਦਾਨਵਾ ਦਾ ਅਰਥ ਜਿੰਨੇ ਦੈਂਤ ਨੇ, ਰਾਖਸ਼ ਹਨ, ਤੇ ਨਰਾ ਦਾ ਅਰਥ ਹੈ ਮਨੁੱਖ ਨੇ, ਕਿਉਂਕਿ 3 ਪ੍ਰਕਾਰ ਦੀ ਸ੍ਰਿਸ਼ਟੀ ਹੈ। ਦੇਵਤਿਆਂ ਨੂੰ ਸਤੋਗੁਣੀ ਮੰਨਿਆ ਹੈ, ਤੇ ਰਾਖਸ਼ਾਂ ਨੂੰ ਤਮੋਗੁਣੀ ਮੰਨਿਆ ਹੈ, ਤੇ ਮਨੁੱਖ ਸ੍ਰਿਸ਼ਟੀ ਨੂੰ ਰਜੋਗੁਣੀ ਮੰਨਿਆ ਹੋਇਆ। ਇਹ ਜਿਹੜੀ ਤਿਰਗੁਣੀ ਸ੍ਰਿਸ਼ਟੀ ਹੈ, ਦੇਵਤੇ ਨੇ, ਦੈਂਤ ਨੇ ਤੇ ਮਨੁੱਖ ਨੇ, ਇਹਨਾਂ ਨੇ ਵੀ ਹਮੇਸ਼ਾ ਨਹੀਂ ਰਹਿਣਾ। ਨਾ ਸਿੱਧ ਸਾਧਕਾ ਧਾਰਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਨਾ ਹੀ ਜਿਹੜੇ ਸਿੱਧ ਸ਼ਕਤੀਆਂ ਵਾਲੇ ਨੇ ਤੇ ਜਿਹੜੇ ਸਾਧਨ ਕਰਨ ਵਾਲੇ ਲੋਕ ਨੇ। ਧਰਾ ਦਾ ਅਰਥ ਆ ਜਿਹੜੀ ਧਰਤੀ ਹੈ, ਇਹਨੇ ਵੀ ਨਹੀਂ ਰਹਿਣਾ। ਜਦੋਂ ਧਰਤੀ ਹੀ ਨਾ ਰਹੀ ਤੇ ਧਰਤੀ ਉੱਤੇ ਰਹਿਣ ਵਾਲੇ ਜਿਤਨੇ ਵੀ ਜੀਵ ਨੇ, ਜਿਤਨੇ ਵੀ ਮਨੁੱਖ ਨੇ, ਦੇਵਤੇ ਦੈਂਤ ਸਾਰੇ ਧਰਤੀਆਂ ਤੇ ਰਹਿੰਦੇ ਨੇ ਨਾ। ਪਰ ਜਦੋਂ ਧਰਤੀਆਂ ਹੀ ਨਾ ਰਹੀਆਂ ਤੇ ਇਹ ਕਿੱਥੇ ਰਹਿਣਗੇ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਨਾ ਹੀ ਕੋਈ ਦੇਵਤਾ, ਨਾ ਹੀ ਕੋਈ ਦੈਂਤ, ਤੇ ਨਾ ਹੀ ਕੋਈ ਮਨੁੱਖ, ਨਾ ਹੀ ਕੋਈ ਸਿੱਧ, ਨਾ ਹੀ ਕੋਈ ਸਾਧਨ ਕਰਨ ਵਾਲਾ ਇੱਥੇ ਰਹੇਗਾ। ਅਥਵਾ ਦੂਜਾ ਇਉਂ ਵੀ ਅਰਥ ਵਿਦਵਾਨਾਂ ਨੇ ਕੀਤਾ, ਨਾ ਸਿੱਧ ਸਾਧਕਾ ਧਰਾ, ਵੀ ਸਿੱਧ ਤੇ ਸਾਧਕ ਵੀ ਧਰਾ ਦਾ ਅਰਥ ਇਸ ਧਰਤੀ ਤੇ ਉਹ ਵੀ ਨਹੀਂ ਹਮੇਸ਼ਾ ਰਹਿਣਗੇ। ਅਸਤ ਏਕ ਦਿਗਰ ਕੋਈ, ਏਕ ਤੁਈ, ਏਕ ਤੁਈ। ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਅਸਤ ਏਕ। ਅਸ ਦਾ ਅਰਥ ਹੈ ਹਮੇਸ਼ਾ ਰਹਿਣ ਵਾਲਾ। ਅਸਲੀ ਜਿਸ ਦੀ ਸदैवी ਹੋਂਦ ਹੈ ਉਸ ਨੂੰ ਅਸਤ ਕਹਿੰਦੇ ਨੇ। ਅਸਤ ਏਕ, ਹਮੇਸ਼ਾ ਰਹਿਣ ਵਾਲਾ ਇੱਕ ਅਕਾਲ ਪੁਰਖ ਵਾਹਿਗੁਰੂ ਹੀ ਹੈ। ਦਿਗਰ ਕੋਈ, ਦਿਗਰ ਦਾ ਅਰਥ ਹੈ ਹੋਰ ਦੂਜਾ ਕੌਣ ਹੈ, ਦੂਜਾ ਹੋਰ ਕੋਈ ਨਹੀਂ। ਬਾਕੀ ਤੇ ਸਭ ਕੁਝ ਝੂਠ ਦੇ ਨਾਲ ਹੀ ਸੰਬੰਧਿਤ ਹੈ। ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ। ਸਤਿਗੁਰੂ ਨੇ ਇੱਕ ਥਾਂ ਤੇ ਇਹ ਵੀ ਲਿਖਿਆ ਹੈ,
दिन रव चलै निसस चलै तारका लख पलोए मुकाम ਉਹੀ ਏਕ ਹੈ ਨਾਨਕਾ ਸੱਚ ਬਗੋਏ। ਸੂਰਜ ਤੇ ਚੰਦਰਮਾ ਵੀ ਇੱਕ ਦਿਨ ਨਹੀਂ ਰਹਿਣਗੇ, ਸਭ ਦੇਵੀ ਦੇਵਤੇ ਵੀ ਕਾਲ ਦੇ ਅਧੀਨ ਨੇ। ਕੇਵਲ ਇੱਕ ਅਕਾਲ ਪੁਰਖ ਹਮੇਸ਼ਾ ਰਹਿਣ ਵਾਲਾ ਹੈ ਔਰ ਦੂਜਾ ਕੌਣ ਹੈ? ਕੋਈ ਵੀ ਨਹੀਂ। ਏਕ ਤੂੰ ਹੀ। ਇਸੇ ਲਈ ਸਤਿਗੁਰੂ ਕਹਿੰਦੇ ਹੈ ਵਾਹਿਗੁਰੂ ਇੱਕੋ ਹੀ ਤੂੰ ਪਹਿਲਾਂ ਸੀ, ਇੱਕੋ ਹੀ ਤੂੰ ਹੁਣ ਹੈ ਤੇ ਇੱਕੋ ਤੂੰ ਅੱਗੇ ਨੂੰ ਹੋਵੇਗਾ। ਉਸੇ ਨੂੰ ਪੰਜਵੇਂ ਪਾਤਸ਼ਾਹ ਨੇ ਆਦ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਕਹਿ ਕੇ ਉਸ ਨੂੰ ਕਾਲ ਤੋਂ ਅਤੀਤ ਦੱਸਿਆ ਹੈ। ਮਹੱਲਾ ਪਹਿਲਾ ਨਾ ਦਾਦੇ ਦੇਹੰਦ ਆਦਮੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ ਤੀਜੇ ਸ਼ਲੋਕ ਵਿੱਚ ਫਰਮਾਉਂਦੇ ਨੇ, ਨਾ ਦਾਦੇ ਦੇਹੰਦ ਆਦਮੀ। ਦਾਦੇ ਦਾ ਅਰਥ ਹੁੰਦਾ ਹੈ ਇਨਸਾਫ, ਨਿਆਂ ਕਰਨ ਵਾਲੇ। ਨਾ ਦਾਦੇ ਦੇਹੰਦ ਆਦਮੀ, ਦਾਦੇ ਦਾ ਅਰਥ ਹੈ ਜਿਹੜੇ ਇਨਸਾਫ, ਦੇਹੰਦ ਦਾ ਅਰਥ ਹੈ ਦੇਣ ਵਾਲੇ। ਜਿਹੜੇ ਇਨਸਾਫ ਦੇਣ ਵਾਲੇ ਜਿਹੜੇ ਬੜੇ ਬੜੇ ਜੱਜ ਨੇ। ਪਹਿਲੇ ਸਮੇਂ ਦੇ ਵਿੱਚ ਰਾਜੇ ਮਹਾਰਾਜੇ ਹੀ ਲੋਕਾਂ ਨੂੰ ਇਨਸਾਫ ਦਿੰਦੇ ਸਨ, ਸਰਕਾਰਾਂ ਵੀ ਇਨਸਾਫ ਦਿੰਦੀਆਂ ਸਨ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਬੜੇ ਬੜੇ ਇਨਸਾਫ ਦੇਣ ਵਾਲੇ ਆਪਣੇ ਆਪ ਨੂੰ ਬਹੁਤ ਨਿਆਂਕਾਰ ਤੇ ਇਨਸਾਫ ਪਸੰਦ ਆਦਮੀ ਸਮਝਦੇ ਨੇ, ਉਹ ਵੀ ਹਮੇਸ਼ਾ ਨਹੀਂ ਰਹਿ ਸਕਦੇ। ਨਾ ਸਪਤ ਜੇਰ ਜਿਮੀ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਨਾ ਹੀ ਜਿਹੜੇ 7 ਲੋਕ ਨੇ ਉੱਪਰਲੇ ਤੇ ਜੇਰ ਜਿਮੀ, ਤੇ ਜਿਹੜੇ 7 ਹੀ ਲੋਕ ਜਿਹੜੇ ਜਿਮੀ ਦੇ ਜੇਰ ਨੀਚੇ ਨੇ, ਹੇਠਾਂ ਨੇ, ਕਿਉਂਕਿ 7 ਪਾਤਾਲ ਤੇ 7 ਆਕਾਸ਼ ਮੰਨੇ ਨੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਭਾਈ ਨਾ ਹੀ 7 ਜਿਹੜੇ ਆਕਾਸ਼ ਨੇ ਤੇ ਨਾ ਹੀ ਜਿਹੜੇ 7 ਪਾਤਾਲ ਨੇ ਧਰਤੀ ਦੇ ਹੇਠਾਂ, ਇਹ ਹਮੇਸ਼ਾ ਰਹਿ ਸਕਦੇ ਹਨ। ਅਸਤ ਏਕ ਦਿਗਰ ਕੋਈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਅਸਤ ਏਕ ਹਮੇਸ਼ਾ ਰਹਿਣ ਵਾਲਾ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ। ਅਸਤ ਕਹਿੰਦੇ ਨੇ ਜੋ ਹਮੇਸ਼ਾ ਰਹਿਣ ਵਾਲਾ ਹੋਵੇ, ਉਹ ਅਕਾਲ ਪੁਰਖ ਵਾਹਿਗੁਰੂ ਹਮੇਸ਼ਾ ਰਹਿਣ ਵਾਲਾ ਹੈ। ਕਿਉਂਕਿ ਜਿਹੜਾ ਅਸਤ ਸ਼ਬਦ ਹੈ, ਇਹ ਫਾਰਸੀ ਦਾ ਲਫ਼ਜ਼ ਹੈ। ਇਹਦਾ ਅਰਥ ਹੁੰਦਾ ਵੀ ਜਿਹੜਾ ਹੈ, ਵੀ ਜਿਹੜਾ ਹੋਂਦ ਵਾਲੇ ਨੂੰ ਅਸਤ ਕਹਿੰਦੇ ਨੇ। ਤੇ ਜੇ ਹੁਣ ਇਹਨੂੰ ਸੰਸਕ੍ਰਿਤ ਦਾ ਸ਼ਬਦ ਮੰਨ ਲਈਏ, ਉੱਥੇ ਸੱਤ ਦੇ ਮੁਕਾਬਲੇ ਤੇ ਅਸਤ ਸ਼ਬਦ ਵਰਤਿਆ ਜਾਂਦਾ ਹੈ। ਉੱਥੇ ਅਸਤ ਦਾ ਅਰਥ ਝੂਠ ਵੀ ਹੁੰਦਾ, ਪਰ ਇੱਥੇ ਅਸਤ ਫਾਰਸੀ ਦਾ ਲਫ਼ਜ਼ ਹੈ, ਕਿਉਂਕਿ ਹੁਣ ਫਾਰਸੀ ਭਾਸ਼ਾ ਦੇ ਸ਼ਬਦਾਂ ਵਿੱਚ ਉਪਦੇਸ਼ ਹੋ ਰਿਹਾ ਹੈ। ਇਸ ਲਈ ਇਹਦਾ ਅਰਥ ਇਹੀ ਬਣਦਾ ਹੈ, ਅਸਤ ਏਕ ਹਮੇਸ਼ਾ ਰਹਿਣ ਵਾਲਾ ਇੱਕ ਖੁਦਾ ਹੈ, ਇੱਕ ਅਕਾਲ ਪੁਰਖ ਵਾਹਿਗੁਰੂ ਹੈ। ਦਿਗਰ ਕੋਈ ਹੋਰ ਦੂਜਾ ਕੋਈ ਕੌਣ ਹੈ? ਭਾਵ ਹੋਰ ਦੂਜਾ ਕੋਈ ਵੀ ਨਹੀਂ ਹੈ। ਏਕ ਤੁਈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੈ ਵਾਹਿਗੁਰੂ ਇੱਕੋ ਹੀ ਤੂੰ ਪਹਿਲਾਂ ਸੀ, ਇੱਕੋ ਤੂੰ ਹੁਣ ਹੈ, ਇੱਕੋ ਹੀ ਤੂੰ ਅੱਗੇ ਨੂੰ ਹੋਵੇਂਗਾ। ਮਹੱਲਾ ਪਹਿਲਾ ਨਾ ਸੂਰ ਸਸ ਮੰਡਲੋ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਚੌਥੇ ਸ਼ਲੋਕ ਵਿੱਚ ਫਰਮਾਉਂਦੇ ਨੇ ਵੀ ਨਾ ਤੇ ਸੂਰਜ ਰਵੇਗਾ। ਸੂਰ ਦਾ ਅਰਥ ਹੈ ਸੂਰਜ, ਜਿਸ ਨੂੰ ਦਿਨ ਦਾ ਦੀਵਾ ਆਖਿਆ ਜਾਂਦਾ ਹੈ, ਤੇ ਸਸ ਚੰਦਰਮਾ ਨੂੰ ਕਹਿੰਦੇ ਨੇ, ਜਿਸ ਨੂੰ ਰਾਤ ਦਾ ਦੀਵਾ ਕਹਿੰਦੇ ਨੇ। ਹਜ਼ੂਰ ਕਹਿੰਦੇ ਨੇ ਨਾ ਸੂਰਜ ਨੇ ਰਹਿਣਾ ਤੇ ਨਾ ਚੰਦਰਮਾ ਨੇ ਰਹਿਣਾ। ਸਾਇੰਸਦਾਨ ਵੀ ਇਸ ਗੱਲ ਨੂੰ ਹੁਣ ਮੰਨ ਗਏ ਨੇ ਵੀ ਸੂਰਜ ਤੇ ਚੰਦਰਮਾ ਵੀ ਇੱਕ ਦਿਨ ਇਹ ਨਾਸ ਹੋਣਗੇ। ਤੇ ਮੰਡਲੋ ਦਾ ਅਰਥ ਹੈ ਜਿਤਨਾ ਵੀ ਤਾਰਾ ਮੰਡਲ ਹੈ, ਇਹ ਵੀ ਸਾਰਾ ਇੱਕ ਨਾ ਇੱਕ ਦਿਨ ਨਾਸ ਹੋਵੇਗਾ। ਤੇ ਭਾਵ ਜਿੰਨੇ ਵੀ ਸੂਰਜ ਤੇ ਚੰਦਰਮਾ ਨੇ, ਜਿਤਨੇ ਵੀ ਗ੍ਰਹਿ ਨੇ, ਤਾਰਾ ਮੰਡਲ ਹੈ, ਇਹ ਵੀ ਸਭ ਨਾਸਵੰਤ ਹੈ। ਨਾ ਸਪਤ ਦੀਪ ਨਹਿ ਜਲੋ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਆ ਜਿਹੜੇ 7 ਦੀਪ ਨੇ, ਦੀਪ ਕਹਿੰਦੇ ਨੇ ਟਾਪੂ ਨੂੰ, ਵੀ ਜਿਹੜੇ 7 ਟਾਪੂ ਨੇ, ਤੇ ਬਾਕੀ ਨਹਿ ਜਲੋ। ਜਲੋ ਦਾ ਅਰਥ ਹੈ ਜਿਹੜਾ ਸਮੁੰਦਰ ਦਾ ਪਾਣੀ ਹੈ, ਇਹਨੇ ਵੀ ਹਮੇਸ਼ਾ ਨਹੀਂ ਰਹਿਣਾ। ਕਿਉਂਕਿ ਜਿਹੜੇ 7 ਦੀਪ ਨੇ ਉਹ ਸਮੁੰਦਰ ਦੇ ਪਾਣੀ ਦੇ ਟਾਪੂ, ਉਹਨਾਂ ਨੂੰ ਹੀ ਦੀਪ ਕਿਹਾ ਜਾਂਦਾ ਹੈ। ਉਹਨਾਂ ਦੀ ਗਿਣਤੀ 7 ਮੰਨੀ ਹੋਈ ਹੈ। 7 ਹੀ ਸਮੁੰਦਰ ਨੇ ਤੇ 7 ਹੀ ਟਾਪੂ ਨੇ। ਪਰ ਸਤਿਗੁਰੂ ਕਹਿੰਦੇ ਨੇ ਨਾ ਤੇ 7 ਦੀਪ ਟਾਪੂ ਹੀ ਰਹਿਣਗੇ
ਤੇ ਨਾ ਹੀ ਜਲੋਦਾਰਥ ਜਿਹੜੇ ਪਾਣੀ ਦੇ ਸਮੁੰਦਰ ਰਹਿਣਗੇ। ਅੰਨ ਪਾਣ ਥਿਰ ਨ ਕੋਈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਨਾ ਹੀ ਕੋਈ ਅੰਨ ਰਵੇਗਾ। ਹੁਣ ਆਪਾਂ ਅੰਨ ਖਾਂਦੇ ਆ ਨਾ, ਕਣਕ ਹੈ, ਮੱਕੀ ਹੈ, ਬਾਜਰਾ ਹੈ, ਵੇਸਣ ਹੈ, ਕਿੰਨੇ ਪ੍ਰਕਾਰ ਦਾ ਅੰਨ ਹੈ, ਇਹ ਵੀ ਨਹੀਂ ਰਵੇਗਾ। ਤੇ ਪਾਉਣ ਦਾ ਅਰਥ ਹੈ ਹਵਾ। ਹਵਾ ਭਾਵੇਂ ਸੂਖਮ ਹੈ ਪਰ ਇਹ ਵੀ ਹਮੇਸ਼ਾ ਨਹੀਂ ਰਵੇਗੀ। ਹਜ਼ੂਰ ਕਹਿੰਦੇ ਨੇ ਇੱਕ ਦਿਨ ਐਸਾ ਆਵੇਗਾ ਵੀ ਜਦੋਂ ਨਾ ਅੰਨ ਤੇ ਨਾ ਪਾਉਣ, ਕੋਈ ਵੀ ਚੀਜ਼ ਸਥਿਰ ਨਹੀਂ ਰਵੇਗੀ, ਸਭ ਕੁਝ ਨਾਸ ਹੋਵੇਗਾ। ਏਕ ਤੁਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੈ ਵਾਹਿਗੁਰੂ ਇੱਕੋ ਤੂੰ ਪਹਿਲਾਂ ਸੀ, ਇੱਕੋ ਤੂੰ ਹੁਣ ਹੈ, ਇੱਕੋ ਹੀ ਤੂੰ ਅੱਗੇ ਨੂੰ ਹੋਵੇਂਗਾ। ਮਹਲਾ ਪਹਿਲਾ ਨਾ ਰਿਜਕ ਦਸਤ ਆ ਕਸੇ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਹੁਣ 5ਵੇਂ ਸ਼ਲੋਕ ਦੇ ਵਿੱਚ ਫਰਮਾਉਂਦੇ ਹਨ ਵੀ ਜਿਹੜੇ ਲੋਕ ਇੱਕ ਦੂਸਰੇ ਦੀ ਕੁਝ ਨਾ ਕੁਝ ਆਸ ਕਰਦੇ ਨੇ ਵੀ ਫਲਾਨਾ ਆਦਮੀ ਮੈਨੂੰ ਰਿਜ਼ਕ ਦੇਵੇਗਾ, ਮੈਨੂੰ ਕੰਮ ਦੇਵੇਗਾ, ਮੇਰੀ ਉਪਜੀਵਕਾ ਸਿਰਜੇਗਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਇਹ ਸਾਰੇ ਭੁਲੇਖੇ ਹਨ। ਨਾ ਰਿਜ਼ਕ ਦਸਤ ਆ ਕਸੇ। ਕਸੇ ਦਾ ਅਰਥ ਹੈ ਮਨੁੱਖ, ਦਸਤ ਦਾ ਅਰਥ ਹੈ ਹੱਥ, ਤੇ ਰਿਜ਼ਕ ਦਾ ਅਰਥ ਹੈ ਆਹਾਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਆ ਕਸੇ ਵੀ ਕਿਸੇ ਵੀ ਮਨੁੱਖ ਦੇ ਦਸਤ ਦਾ ਅਰਥ ਹੈ ਹੱਥ ਦੇ ਅੰਦਰ ਕਿਸੇ ਦਾ ਰਿਜ਼ਕ ਨਹੀਂ ਹੈ। ਕੋਈ ਇਹ ਮਤ ਸੋਚੇ ਫਲਾਨਾ ਬੰਦਾ ਮੈਨੂੰ ਰਿਜ਼ਕ ਦੇ ਰਿਹਾ ਹੈ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ ਜਲ ਮੈਂ ਜੰਤ ਉਪਾਏ ਕੈ ਤਿਨਾ ਪੇ ਰੋਜੀ ਦੇ। ਸਤਿਗੁਰੂ ਕਹਿੰਦੇ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਅਸਲੀ ਰਿਜ਼ਕ ਦਾਤਾ ਅਕਾਲ ਪੁਰਖ ਹੈ ਕਿ ਰੋਜੀ ਦੇਹੰਦ ਹੈ ਕਿ ਰਾਜ ਕਰ ਰਹਿੰਦ ਹੈ। ਉਸ ਤੋਂ ਬਿਨਾ ਹੋਰ ਕੋਈ ਮਨੁੱਖ ਰਿਜ਼ਕ ਦੇਣ ਵਾਲਾ ਨਹੀਂ ਹੈ। ਹਜ਼ੂਰ ਕਹਿੰਦੇ ਨੇ ਨਾ ਰਿਜ਼ਕ ਦਸਤ ਆ ਕਸੇ। ਕਸੇ ਦਾ ਅਰਥ ਹੈ ਮਨੁੱਖ। ਹੋਰ ਕਿਸੇ ਵੀ ਮਨੁੱਖ ਦੇ ਹੱਥ ਵਿੱਚ ਵਾਹਿਗੁਰੂ ਨੇ ਰਿਜ਼ਕ ਨਹੀਂ ਰੱਖਿਆ। ਇਹ ਜਿਹੜਾ ਰਿਜ਼ਕ ਹੈ ਵਾਹਿਗੁਰੂ ਦੇ ਆਪਣੇ ਹੱਥ ਵਿੱਚ ਹੈ। ਹਮਾਰਾ ਏਕ ਆਸ ਵਸੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹਮਾਰਾ ਵੀ ਜਿਤਨੇ ਵੀ, ਹਮਾ ਦਾ ਅਰਥ ਹੈ ਤਮਾਮ ਜੀਵ ਨੇ, ਰਾ ਦਾ ਅਰਥ ਹੁੰਦਾ ਹੈ ਨੂੰ, ਜਿੰਨੇ ਵੀ ਤਮਾਮ ਜੀਵ ਨੇ ਇਹਨਾਂ ਨੂੰ ਏਕ ਆਸ ਵਸੇ। ਇੱਕੋ ਅਕਾਲ ਪੁਰਖ ਵਾਹਿਗੁਰੂ ਦੀ ਆਸ ਹੀ ਵਸੇ ਦਾ ਅਰਥ ਹੈ ਕਾਫੀ ਹੈ। ਜਿੰਨੇ ਜੀਵ ਨੇ ਇਹਨਾਂ ਸਾਰਿਆਂ ਨੂੰ ਇੱਕੋ ਅਕਾਲ ਪੁਰਖ ਵਾਹਿਗੁਰੂ ਦੀ ਆਸ ਹੀ ਰੱਖਣੀ ਚਾਹੀਦੀ ਹੈ। ਜਾਂ ਕੁਛ ਵਿਦਵਾਨਾਂ ਨੇ ਇਹਦਾ ਅਰਥ ਇਉਂ ਕੀਤਾ ਹੈ ਹਮਾਰਾ ਏਕ ਆਸ ਵਸੇ। ਵਸੇ ਦਾ ਅਰਥ ਹੁੰਦਾ ਹੈ ਵਸਣਾ। ਹਮਾਰਾ ਦਾ ਅਰਥ ਹੈ ਤਮਾਮ ਜੀਵ ਇੱਕੋ ਹੀ ਵਾਹਿਗੁਰੂ ਦੀ ਆਸ ਤੇ ਵਸੇ ਦਾ ਅਰਥ ਹੈ ਵਸ ਰਹੇ ਨੇ। ਤੇ ਤੀਜਾ ਅਰਥ ਵਿਦਵਾਨਾਂ ਨੇ ਇਹ ਵੀ ਕੀਤਾ ਵਸੇ ਦਾ ਅਰਥ ਹੈ ਬਹੁਤ। ਹਮਾਰਾ ਏਕ ਆਸ ਵਸੇ। ਜਿਤਨੇ ਵੀ ਜੀਵ ਨੇ ਉਹ ਇੱਕੋ ਹੀ ਵਾਹਿਗੁਰੂ ਪਰਮੇਸ਼ਰ ਦੀ ਵਸੇ ਦਾ ਅਰਥ ਹੈ ਬਹੁਤੀ ਆਸ ਕਰ ਰਹੇ ਹਨ। ਅਸਤ ਏਕ ਦਿਗਰ ਕੋਈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਹਮੇਸ਼ਾ ਰਹਿਣ ਵਾਲਾ ਤੇ ਇੱਕੋ ਹੀ ਦਾਤਾ ਅਕਾਲ ਪੁਰਖ ਹੈ। ਦਿਗਰ ਕੋਈ, ਉਸ ਤੋਂ ਬਿਨਾਂ ਹੋਰ ਕੌਣ ਐਸਾ ਦਾਤਾ ਹੈ ਜਿਹੜਾ ਚਾਰੇ ਯੁਗਾਂ ਦੇ ਵਿੱਚ ਤੇ ਸਾਰੇ ਜੀਵਾਂ ਨੂੰ ਰਿਜ਼ਕ ਦੇ ਸਕਦਾ ਹੈ। ਏਕ ਤੁਈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੈ ਵਾਹਿਗੁਰੂ ਇੱਕੋ ਤੂੰ ਪਹਿਲਾਂ ਸੀ, ਇੱਕੋ ਤੂੰ ਹੁਣ ਹੈ, ਇੱਕੋ ਹੀ ਤੂੰ ਅੱਗੇ ਨੂੰ ਹੋਵੇਂਗਾ। ਮਹਲਾ ਪਹਿਲਾ ਪਰੰਦੇ ਨਾ ਗਿਰਾਹ ਜਰ। ਹੁਣ 6ਵੇਂ ਸ਼ਲੋਕ ਦੇ ਅੰਦਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਾਡਾ ਇੱਕ ਭੁਲੇਖਾ ਦੂਰ ਕਰਦੇ ਨੇ। ਮਨੁੱਖ ਇੱਕ ਇਹੋ ਜਿਹਾ ਜੀਵ ਹੈ ਜਿਹਨੂੰ ਰੱਬ ਤੇ ਭਰੋਸਾ ਘੱਟ ਹੈ ਔਰ ਇਹ ਕੁਛ ਮਾਇਆ ਤੇ ਪਦਾਰਥਾਂ ਤੇ ਭਰੋਸਾ ਵਧੇਰੇ ਰੱਖਦਾ ਹੈ। ਇਹਦਾ ਇੱਕ ਵੱਡਾ ਕਾਰਨ ਇਹ ਹੈ ਮਨੁੱਖ ਨੂੰ ਇੱਕ ਬਹੁਤ ਵੱਡਾ ਭੁਲੇਖਾ ਪਿਆ ਹੋਇਆ ਹੈ ਬਈ ਪਤਾ ਨਹੀਂ ਕੋਈ ਔਖਾ ਸਮਾਂ ਵੀ ਮੇਰੇ ਤੇ ਆ ਸਕਦਾ ਹੈ, ਇਸ ਲਈ ਮੈਂ ਆਪਣੇ ਪਾਸ ਕੁਝ ਨਾ ਕੁਝ ਮਾਇਆ ਕੋਈ ਪਦਾਰਥ ਜਮ੍ਹਾਂ ਕਰ ਲਵਾਂ ਜਿਹੜੇ ਬਾਅਦ ਵਿੱਚ ਔਖੇ ਸਮੇਂ ਵੀ ਮੇਰੇ ਕੰਮ ਆਉਣਗੇ। ਤਕਰੀਬਨ ਹਰ ਮਨੁੱਖ ਦੀ ਸੋਚ ਇੱਥੇ ਖੜੀ ਹੈ।
ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕੁਝ ਉਦਾਹਰਣਾਂ ਦੇ ਕੇ ਸਾਨੂੰ ਸਮਝਾਉਂਦੇ ਹਨ, ਬਈ ਤੁਸੀਂ ਰੱਬ ਤੇ ਭਰੋਸਾ ਰੱਖੋ। ਪਰੰਦੇ ਨਾ ਗਿਰਾਹ ਜਰ। ਦੇਖ ਲਓ, ਜਿਹੜੇ ਪਰੰਦੇ ਦਾ ਅਰਥ ਹੈ ਪੰਛੀ। ਜਿਹੜੇ ਪੰਛੀ ਨੇ, ਨਾ ਉਹਨਾਂ ਦੇ ਪਾਸ ਗਿਰਾਹ ਦਾ ਅਰਥ ਪਿੰਡ ਹੁੰਦਾ ਹੈ ਤੇ ਨਾ ਹੀ ਜਰ ਉਹਨਾਂ ਦੇ ਕੋਲੇ ਦੌਲਤ ਹੁੰਦੀ ਹੈ। ਆ ਜਿਹੜੇ ਪੰਛੀ ਨੇ, ਨਾ ਇਹਨਾਂ ਕੋਲੇ ਕੋਈ ਪਿੰਡ ਹੁੰਦਾ ਜਿਵੇਂ ਅਸੀਂ ਪਿੰਡਾਂ ਵਿੱਚ ਰਹਿੰਦੇ ਘਰ ਬਣਾ ਕੇ, ਤੇ ਨਾ ਹੀ ਇਹਨਾਂ ਦੇ ਕੋਲੇ ਜਰ ਮਾਇਆ ਹੁੰਦੀ ਹੈ। ਦਰਖਤ ਆਬ ਆਸ ਕਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜੇ ਪੰਛੀ ਨੇ ਸਿਰਫ ਦਰਖਤ, ਤੇ ਆਬ ਦਾ ਅਰਥ ਹੈ ਫਾਰਸੀ ਵਿੱਚ ਪਾਣੀ ਨੂੰ ਕਹਿੰਦੇ ਨੇ। ਉਹ ਦਰਖਤ ਤੇ ਆਬ ਪਾਣੀ ਦੀ ਆਸ ਕਰਦੇ ਨੇ, ਦਰਖਤਾਂ ਤੇ ਰਹਿਣ ਬਸੇਰਾ ਕਰ ਲੈਂਦੇ ਨੇ ਤੇ ਫਿਰ ਪਾਣੀ ਪੀ ਕੇ ਰੱਬ ਦਾ ਸ਼ੁਕਰਾਨਾ ਕਰਦੇ ਹਨ। ਜਿਹੜੇ ਪੰਛੀ ਨੇ, ਉਹ ਨਾ ਤੇ ਆਪਣੇ ਘਰ ਦੀ ਲੋੜ ਸਮਝਦੇ ਨੇ ਤੇ ਨਾ ਹੀ ਮਾਇਆ ਦੀ ਲੋੜ ਸਮਝਦੇ ਨੇ, ਤੇ ਉਹ ਸਿਰਫ ਦਰਖਤ ਤੇ ਆਪ ਪਾਣੀ ਦੀ ਆਸ ਕਰਦੇ ਹਨ। ਇਸੇ ਲਈ ਜਿਹੜੇ ਲੋਕ ਘਰ ਦਾ ਮੋਹ ਛੱਡ ਕੇ ਤੇ ਬਾਹਰ ਜੰਗਲਾਂ ਦੇ ਵਿੱਚ ਜਾ ਕੇ ਵਿਚਰਦੇ ਨੇ, ਤੇ ਉਹਨਾਂ ਨੂੰ ਵੀ ਬੇਹੰਗਮ ਕਿਹਾ ਜਾਂਦਾ ਹੈ। ਬੇਹੰਗਮ ਦਾ ਅਰਥ ਵੀ ਪੰਛੀ ਹੁੰਦਾ, ਵੀ ਉਹ ਵੀ ਇੱਕ ਪੰਛੀ ਦੀ ਤਰ੍ਹਾਂ ਹੁੰਦੇ ਨੇ, ਵੀ ਜਿਹੜੇ ਦਰਖਤਾਂ ਦੇ ਹੇਠਾਂ ਜੰਗਲਾਂ ਦੇ ਵਿੱਚ ਰਹਿਣ ਬਸੇਰਾ ਕਰਦੇ ਨੇ, ਕੋਈ ਮਾਇਆ ਦਾ ਲਾਲਚ ਨਹੀਂ ਹੁੰਦਾ। ਪਰ ਜਿਹੜੇ ਅੱਜ ਕੱਲ੍ਹ ਦੇ ਬੇਹੰਗਮ ਨੇ, ਅੱਜ ਕੱਲ੍ਹ ਦੇ ਅਤੀਤ ਸਾਧੂ ਨੇ, ਉਹਨਾਂ ਦੇ ਮਨ ਦੇ ਵਿੱਚ ਤਾਂ ਗ੍ਰਸਤੀਆਂ ਨਾਲੋਂ ਵੱਧ ਮਾਇਆ ਦੀ ਤ੍ਰਿਸ਼ਨਾ ਲੱਗੀ ਹੋਈ ਹੈ। ਜਿਹੜੇ ਗ੍ਰਸਤੀ ਨੇ, ਉਹਨਾਂ ਨੂੰ ਤੇ ਚਲੋ ਆਪਣੇ ਪਰਿਵਾਰ ਦਾ, ਬਾਲ ਬੱਚਿਆਂ ਦਾ ਫਿਕਰ ਹੁੰਦਾ ਹੈ, ਪਰ ਜਿਹੜੇ ਸਾਧੂ ਨੇ, ਨਾ ਉਹਨਾਂ ਦਾ ਰੰਨ ਤੇ ਨਾ ਕੰਨ, ਉਹ ਵੀ ਮਾਇਆ ਇਕੱਠੀ ਕਰਨ ਵਿੱਚ ਲੱਗੇ ਰਹਿੰਦੇ ਨੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਰਿਆਂ ਨੂੰ ਸਾਂਝਾ ਉਪਦੇਸ਼ ਦਿੰਦੇ ਹਨ, ਤੁਸੀਂ ਉਹਨਾਂ ਪੰਛੀਆਂ ਵੱਲ ਦੇਖੋ ਜਿਨ੍ਹਾਂ ਦੇ ਕੋਲ ਨਾ ਕੋਈ ਪਿੰਡ ਹੈ, ਨਾ ਘਰ ਹੈ, ਨਾ ਧਨ ਦੌਲਤ ਹੈ, ਔਰ ਉਹ ਵੀ ਤਾਂ ਜਿਉਂਦੇ ਨੇ, ਉਹਨਾਂ ਨੂੰ ਵੀ ਤੇ ਕੋਈ ਰਿਜ਼ਕ ਦਿੰਦਾ ਹੀ ਹੈ। ਉਹ ਦਰਖਤ ਤੇ ਆਪ ਪਾਣੀ ਦੀ ਆਸ ਕਰਦੇ ਨੇ, ਤੇ ਉਹ ਸਭ ਕੁਝ ਵਾਹਿਗੁਰੂ ਉਹਨਾਂ ਨੂੰ ਦੇ ਰਿਹਾ ਹੈ। ਦੇਹੰਦ ਸੂਈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਜਿਹੜਾ ਪੰਛੀਆਂ ਨੂੰ ਸਭ ਕੁਝ ਦਿੰਦਾ ਹੈ, ਦੇਹੰਦ ਸੋਈ, ਉਹੀ ਮਨੁੱਖ ਨੂੰ ਵੀ ਦਿੰਦਾ ਹੈ। ਸਾਨੂੰ ਵੀ ਰਿਜ਼ਕ ਉਹੀ ਦਿੰਦਾ, ਪਰ ਸਾਨੂੰ ਵਿਸ਼ਵਾਸ ਨਹੀਂ। ਹਾਂ, ਕਈ ਐਸੇ ਵਿਰਲੇ ਸਾਧੂ ਹੁੰਦੇ ਨੇ, ਦੱਸਦੇ ਨੇ, ਇਹ ਕੋਈ ਫਕੀਰ ਸੀ, ਕਲਕੱਤੇ ਸ਼ਹਿਰ ਵਿੱਚ ਰਹਿੰਦਾ। ਕਈ ਸਾਈਂ ਲੋਕਾਂ ਤੇ ਵਾਹਿਗੁਰੂ ਦੀ ਅਪਾਰ ਕਿਰਪਾ ਹੁੰਦੀ ਹੈ। ਉਹਨੂੰ ਜਦੋਂ ਭੁੱਖ ਲੱਗਦੀ, ਉਹ ਇੱਕ ਥਾਂ ਤੇ ਖਲੋ ਜਾਂਦਾ ਔਰ ਉੱਥੇ ਉਹ ਖੈਰ ਮੰਗਣੀ ਸ਼ੁਰੂ ਕਰ ਦਿੰਦਾ, ਤੇ ਜਿਹੜੇ ਕੋਈ ਦਇਆਵਾਨ ਲੋਕ ਨੇ, ਕੋਈ ਉਸ ਨੂੰ ਪੈਸਾ, 2 ਪੈਸੇ, 4 ਆਨੇ, 8 ਆਨੇ ਦੇ ਜਾਂਦਾ, ਤੇ ਜਦੋਂ ਉਸ ਦੀ ਲੋੜ ਪੂਰਤੀ ਵਾਸਤੇ ਮਾਇਆ ਮਿਲ ਜਾਂਦੀ, ਤੇ ਉਹ ਲੈ ਕੇ ਨੇੜੇ ਦੁਕਾਨ ਸੀ, ਉੱਥੋਂ ਰੋਟੀ ਲੈ ਕੇ ਖਾ ਲੈਂਦਾ, ਤੇ ਫਿਰ ਜਾ ਕੇ ਆਪਦਾ ਭਜਨ ਬੰਦਗੀ ਕਰਨ ਬੈਠ ਜਾਂਦਾ। ਨਾ ਉਹਦੇ ਕੋਲੇ ਘਰ ਸੀ, ਨਾ ਉਹਦੇ ਕੋਲੇ ਜਰ ਸੀ।